ਚਾਚੇ ਨੇ ਤੇ ਬੱਚੇ ਦੇ ਵਾਲਿਦ ਨੇ ਮਿਲ ਕੇ ਬੱਚੇ ਨੂੰ ਮਾਰ ਕੇ ਕਤਲ ਕਰਕੇ ਤੇ ਉਹਨੂੰ ਦਫਨਾਤਾ ਔਰ ਪੁਲਿਸ ਨੂੰ ਇਤਲਾਹ ਨਹੀਂ ਦਿੱਤੀ। ਫੂਕਣੀਆਂ ਮਾਰੀਆਂ ਨੇ ਤੇ ਬੱਚਾ ਬਾਹਰੋਂ ਭੱਜਾ ਆਇਆ ਤੇ ਭੱਜਾ ਆਉਂਦਾ ਜਿਹੜਾ ਉਹ ਮੇਰੇ ਕੋਲ ਡਿੱਗ ਗਿਆ ਤੇ ਉਹਦੇ ਨਾਲ ਉਹਦੀ ਮੌਕੇ ਦੇ ਉੱਤੇ ਡੈਥ ਹੋ ਗਈ। ਸਗੇ ਚਾਚਾ ਨੇ 10 ਸਾਲਾ ਭਤੀਜੇ ਦਾ ਕਤਲ ਕਰ ਦਿੱਤਾ। ਕਤਲ ਕਿਉਂ ਹੋਇਆ ਹੈ, ਇਹਦੀ ਅਸਲ ਕਹਾਣੀ ਕੀ ਹੈ? ਮੈਂ ਮੌਜ਼ਨ ਜੱਟ ਤੇ ਤੁਸੀਂ ਵੇਖ ਰਹੇ ਹੋ ਜੁਰਮ ਕਹਾਣੀ। 15/1/2026 ਇੱਕ FIR ਦਰਜ ਹੁੰਦੀ ਹੈ ਤੰजीम ਬੇ ਰਾਮ ਦੀਵਾਲੀ ਚਾਚਾ ਨੇ ਆਪਣੇ ਸਗੇ ਭਤੀਜੇ ਨੂੰ ਫੂਕਣੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਕਤਲ ਇਹਨਾਂ ਨੇ ਕਿਉਂ ਛੁਪਾਇਆ, ਕਤਲ ਕਿੰਜ ਹੋਇਆ? ਅਸੀਂ ਪਹੁੰਚਦੇ ਹਾਂ ਥਾਣਾ ਨਿਸ਼ਾਤਾਬਾਦ, SHO ਦੇ ਨਾਲ ਗੱਲ ਕਰਾਂਗੇ। ਕਤਲ ਕਿੰਜ ਹੋਇਆ, ਕਿਉਂ ਇਹ ਕਤਲ ਛੁਪਾਇਆ ਗਿਆ? ਕਿਉਂਕਿ ਕਤਲ ਕਰਨ ਤੋਂ ਬਾਅਦ ਇਹਨਾਂ ਨੇ ਬੱਚੇ ਨੂੰ ਦਫਨਾ ਦਿੱਤਾ ਗਿਆ ਸੀਗਾ। ਆਓ ਫਿਰ ਆਪਾਂ ਚੱਲਦੇ ਹਾਂ ਥਾਣੇ ਜਾ ਕੇ ਸਾਰੀ ਕੇਸ ਦੀ ਗੱਲਬਾਤ ਕਰਦੇ ਹਾਂ। ਬੜਾ ਹੀ ਅਫਸੋਸਨਾਕ ਵਾਕਿਆ ਪੇਸ਼ ਆਇਆ ਸੀਗਾ ਕਿ ਚਾਚੇ ਨੇ ਆਪਣੇ ਭਤੀਜੇ 10-12 ਸਾਲ ਦੇ ਭਤੀਜੇ ਦੇ ਸਿਰ 'ਚ ਫੂਕਣੀ ਮਾਰੀ ਸੀ, ਉਹਦਾ ਕਤਲ ਹੋ ਗਿਆ ਸੀ। ਕਤਲ ਉਹਨਾਂ ਨੇ ਕਿਸ ਤਰ੍ਹਾਂ ਛੁਪਾਇਆ ਸੀਗਾ ਔਰ ਕਿਸ ਤਰ੍ਹਾਂ ਪੁਲਿਸ ਤੱਕ ਗੱਲ ਪਹੁੰਚਦੀ ਹੈ। ਸਾਡੇ ਨਾਲ ਮੌਜੂਦ ਨੇ ਨਿਸ਼ਾਤਾਬਾਦ ਦੇ SHO ਰਾਣਾ ਸਾਜਿਦ ਮਹਿਮੂਦ, ਇਹਨਾਂ ਨਾਲ ਅਸੀਂ ਗੱਲਬਾਤ ਕਰਦੇ ਹਾਂ। ਕਿਸ ਤਰ੍ਹਾਂ 150 ਤੇ ਕਾਲ ਆਉਂਦੀ ਹੈ, ਕਿਸ ਤਰ੍ਹਾਂ ਵਕੂਆ ਪਤਾ ਚੱਲਦਾ ਹੈ ਕਿ ਇੱਕ ਬੱਚੇ ਦਾ ਕਤਲ ਹੋਇਆ ਲੇਕਿਨ ਛੁਪਾਇਆ ਗਿਆ। ਸਾਡੇ ਨਾਲ ਮੌਜੂਦ ਨੇ ਜੀ ਭਾਈਜਾਨ, ਤੁਸੀਂ ਇਹ ਦੱਸਿਓ ਕਿ ਵਾਕਿਆ ਬੜਾ ਹੀ ਅਫਸੋਸਨਾਕ ਸੀਗਾ, ਇੱਕ ਮਾਸੂਮ ਬੱਚੇ ਦਾ ਕਤਲ ਹੋਇਆ ਸੀ ਲੇਕਿਨ ਉਹਨਾਂ ਨੇ ਛੁਪਾਇਆ। ਕਿਸ ਤਰ੍ਹਾਂ ਇਹ ਸਾਰੀ ਕਹਾਣੀ ਸ਼ੁਰੂ ਹੁੰਦੀ? ਬੇਸਿਕਲੀ ਇੱਕ ਸਾਡਾ ਇਨਫਾਰਮਰ ਆ ਮੁਖਬਰ ਜਿਹਨੂੰ ਕਹਿੰਦੇ, ਉਹਨੇ ਸਾਨੂੰ ਦੱਸਿਆ ਕਿ ਇਸ ਤਰ੍ਹਾਂ 3 ਚੱਕ ਰਾਮ ਦੀਵਾਲੀ ਦੇ ਵਿੱਚ ਇੱਕ ਬੱਚੇ ਦਾ ਮਰਡਰ ਹੋ ਗਿਆ, ਲੇਕਿਨ ਉਹਨਾਂ ਨੇ ਉਹਦਾ ਜਨਾਜ਼ਾ ਪੜ੍ਹਾ ਦਿੱਤਾ ਔਰ ਉਹਨੂੰ ਦਫਨਾ ਦਿੱਤਾ ਤੇ ਜੁਰਮ ਦੀ ਜਿਹੜਾ ਇਤਲਾਹ ਉਹਨਾਂ ਨੇ ਕਿਸੇ ਨੂੰ ਵੀ ਨਹੀਂ ਦਿੱਤੀ। ਲੇਕਿਨ ਮੈਂ ਉੱਥੇ ਮੌਜੂਦ ਸੀ, ਬੱਚੇ ਦੇ ਬਹੁਤ ਜ਼ਿਆਦਾ ਜਿਸਮ ਦੇ ਉੱਤੇ ਜਿਹੜੇ ਤਸ਼ੱਦਦ ਦੇ ਨਿਸ਼ਾਨ ਸੀ। ਸਾਨੂੰ ਇੰਜ ਲੱਗ ਰਿਹਾ ਵਾ, ਬਲਕਿ ਲੱਗ ਨਹੀਂ ਰਿਹਾ, ਉਹ ਕਿ ਕਹਿ ਰਿਹਾ ਸੀਗਾ ਕਿ ਸਾਨੂੰ ਯਕੀਨ ਹੈ ਇਸ ਗੱਲ ਦੇ ਉੱਤੇ ਕਿ ਇਹਨੂੰ ਮਾਰ ਕੇ ਉਹਨਾਂ ਨੇ ਤਸ਼ੱਦਦ ਨਾਲ ਮਾਰ ਦਿੱਤਾ। ਉਦੋਂ ਤੋਂ ਬਾਅਦ ਮੈਂ ਆਪਣੀ ਥੋੜ੍ਹੀ ਜਿਹੀ ਇਨਫੋਰਮੇਸ਼ਨ ਜਿਹੜੀ ਉਹਨੂੰ ਪੇਟੈਂਟ ਕਰਨ ਵਾਸਤੇ ਕਿ ਵਾਕਈ ਇਹ ਗੱਲ ਹੈ, ਮੈਂ ਕੁਝ ਅਹਿਬਾਬ ਦੇ ਕੋਲ ਪਤਾ ਜੋਈ ਕੀਤੀ, ਪਤਾ ਚੱਲਿਆ ਕਿ ਵਾਕਈ ਹੀ ਇਸ ਤਰ੍ਹਾਂ ਹੋਇਆ। ਫਿਰ ਅਸੀਂ ਪਲੈਨਿੰਗ ਕਰਕੇ ਇੱਕ ਰੇਡ ਉਹਨਾਂ ਦੇ ਕੰਡਕਟ ਕੀਤਾ। ਉੱਥੋਂ ਦੇ ਵਾਲਦ ਨੂੰ ਮੈਂ ਅਸਗਰ ਜਿਹੜਾ ਵਾ ਉਹਨੂੰ ਹਿਰਾਸਤ 'ਚ ਲਿਆ। ਹਿਰਾਸਤ 'ਚ ਲੈ ਕੇ ਜਦੋਂ ਉਹਦੀ ਇੰਟੈਰੋਗੇਸ਼ਨ ਕੀਤੀ ਤਾਂ ਉਹਨੇ ਇਨਕਸ਼ਾਫ ਕੀਤਾ ਕਿ ਮੇਰਾ ਭਾਈ ਅਕਬਰ ਉਹ ਕੰਵਾਰਾ ਵਾ, ਅਸੀਂ ਉਹਦੀ ਸ਼ਾਦੀ ਨਹੀਂ ਕੀਤੀ, ਮੇਰੇ ਕੋਲ ਹੀ ਰਹਿੰਦਾ ਵਾ। ਇਸ ਤਰ੍ਹਾਂ ਬੱਚੇ ਬਾਹਰ ਖੇਡ ਰਹੇ ਸੀ, ਉਹਨੂੰ ਗੁੱਸਾ ਚੜਿਆ ਕਿਸੇ ਗੱਲ ਤੋਂ ਤੇ ਉਹਨੇ ਉਹਦੇ ਫੂਕਣੀ ਜਿਹੜੀ ਹੁੰਦੀ ਆ, ਉਹ ਜਿਹਨਾਂ ਅਸੀਂ ਫੂਕ ਵਗੈਰਾ ਮਾਰਦੇ ਹਾਂ ਚੁੱਲ੍ਹਿਆਂ ਦੇ ਵਿੱਚ ਪਿੰਡਾਂ ਥਾਵਾਂ 'ਚ, ਜੀ ਉਹ ਫੂਕਣੀ ਸੀ ਉਹਦੇ ਕੋਲ। ਉਹਨੇ ਫੂਕਣੀਆਂ ਮਾਰੀਆਂ ਨੇ ਤੇ ਬੱਚਾ ਬਾਹਰੋਂ ਭੱਜਾ ਆਇਆ ਤੇ ਭੱਜਾ ਆਉਂਦਾ ਜਿਹੜਾ ਉਹ ਮੇਰੇ ਕੋਲ ਡਿੱਗ ਗਿਆ ਤੇ ਉਹਦੇ ਨਾਲ ਉਹਦੀ ਮੌਕੇ ਦੇ ਉੱਤੇ ਡੈਥ ਹੋ ਗਈ। ਤੇ ਅਸੀਂ ਫਿਰ ਚੂੰਕਿ ਸਾਡਾ ਭਾਈ ਆ ਤੇ ਸਾਨੂੰ ਇਹ ਸੀਗਾ ਕਿ ਅਸੀਂ ਅਗਰ FIR ਕਰਵਾਈ ਜਾਂ ਪੁਲਿਸ ਨੂੰ ਦੱਸਿਆ ਤਾਂ 302 ਹੋ ਜਾਣੀ ਆ ਤੇ ਛਡਾਉਣਾ ਵੀ ਸਾਨੂੰ ਹੀ ਪੈਣਾ ਵਾ। ਅਸੀਂ ਅੱਲਾ ਦੀ ਰਜ਼ਾ ਨੂੰ ਸਮਝਦੇ ਹੋਇਆ ਅਸੀਂ ਇਹਨੂੰ ਦਫਨਾ ਦਿੱਤਾ, ਮਾਫ ਨਹੀਂ ਕਰਦਾ, ਦਫਨਾ ਦਿੱਤਾ। ਅੱਛਾ, ਉਸ ਤੋਂ ਬਾਅਦ ਫਿਰ ਅਸੀਂ ਉਹਨੂੰ ਹਿਰਾਸਤ 'ਚ ਲੈ ਕੇ ਤੇ ਥਾਣੇ ਲੈ ਆਂਦਾ। ਫਿਰ ਅਫਸਰਾਂ ਨੂੰ ਦੱਸਿਆ ਗਿਆ, CPO ਸਾਹਿਬ ਨੂੰ ਦੱਸਿਆ, SSP ਸਾਹਿਬ ਇਨਵੈਸਟੀਗੇਸ਼ਨ ਨੂੰ, ਉਹਨਾਂ ਦੀ ਹਦਾਇਤ ਦੇ ਮੁਤਾਬਕ ਜੁਰਮ ਹੁੰਦਾ ਵਾ ਅਗਰ ਕੋਈ ਹੋਰ ਸਟੇਟ ਜਿਹੜਾ ਵਾ ਨਾ ਕੁਝ ਜਰਾਇਮ ਦੇ ਵਿੱਚ ਮਦਈ ਬਣ ਸਕਦੀ ਹੈ। ਉਹਦੇ ਵਿੱਚ ਫਿਰ ਮੈਂ ਆਪਣੀ ਮਦਈਅਤ ਦੇ ਵਿੱਚ 302 201 ਦੀ FIR ਦਿੱਤੀ। 302 ਤੁਹਾਨੂੰ ਪਤਾ ਕਿ ਕੀ ਹੁੰਦੀ, 201 ਹੁੰਦੀ ਹੈ ਕਿਸੇ ਜੁਰਮ ਨੂੰ ਛੁਪਾਉਣਾ। ਉਹਦੇ ਵਿੱਚ ਫਿਰ ਮੈਂ ਇਹਨਾਂ ਦੇ ਖਿਲਾਫ FIR ਦਿੱਤੀ, ਇਹਦੇ ਵਾਲਦ ਤੇ ਵੀ ਤੇ ਉਹ ਅਕਬਰ ਤੇ ਵੀ। ਤੇ ਉਸ ਤੋਂ ਬਾਅਦ ਉਹਦੇ ਰੇਡ ਵਗੈਰਾ ਅਸੀਂ ਕੰਡਕਟ ਕੀਤੇ ਤੇ ਅਸੀਂ ਅਕਬਰ ਨੂੰ ਵੀ ਫੜ ਲਿਆ ਤੇ ਅਕਬਰ ਨੂੰ ਜਦੋਂ ਲਿਆ ਕੇ ਇੰਟੈਰੋਗੇਟ ਕੀਤਾ, ਅਕਬਰ ਨੇ ਵੀ ਉਹੀ ਕਹਾਣੀ ਸੁਣਾਈ ਕਿ ਇਸ ਤਰ੍ਹਾਂ ਕਰਕੇ ਮੈਨੂੰ ਗੁੱਸਾ ਆ ਗਿਆ ਸੀ, ਅਦਮ ਬਰਦਾਸ਼ਤ ਦੀ ਵਜ੍ਹਾ ਤੋਂ ਜਿਹੜਾ ਮੇਰੇ ਕੋਲ ਹੋ ਗਿਆ, ਮਾਫ ਕਰ ਦਿੱਤਾ ਜਾਵੇ। ਉਹਨਾਂ ਦੇ ਖਿਲਾਫ ਉਹਨਾਂ ਨੂੰ ਅਰੈਸਟ ਕਰਕੇ ਜੁਡੀਸ਼ੀਅਲ ਭਿਜਵਾ ਦਿੱਤਾ ਵਾ। ਬਿਹਤਰੀਨ ਤਫਤੀਸ਼ ਜਿਹੜੀ ਉਹ ਇਨਸ਼ਾਅੱਲਾ ਕਰਕੇ ਤੇ ਉਹ ਅਦਾਲਤ 'ਚ ਸਬਮਿਟ ਕਰਵਾਈ ਜਾਏਗੀ ਤਾਂ ਕਿ ਉਹਨਾਂ ਨੂੰ ਸਜ਼ਾ ਜਿਹੜੀ ਆ ਉਹ ਯਕੀਨੀ ਬਣਾਇਆ ਜਾ ਸਕੇ। ਅੱਛਾ, ਮੈਨੂੰ ਇਹ ਤੁਸੀਂ ਦੱਸਿਓ ਕਿ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਬੱਚੇ ਦੇ ਜਿਸਮ ਤੇ ਮੁਖਤਲਿਫ ਨਿਸ਼ਾਨਾਤ ਸੀ ਜ਼ਖਮ ਦੇ, ਕੀ ਉਹਨੇ ਮਾਰਨ ਦਾ ਹੀ ਪਲਾਨ ਕੀਤਾ ਸੀ ਜਾਂ ਕੀ ਇਹੋ ਜਿਹੜੇ ਇੱਕ ਫੂਕਣੀ ਮਾਰੇ ਤਾਂ ਵੱਜ ਗਈ, ਲੇਕਿਨ ਕਿ ਤੁਸੀਂ ਕਹਿ ਰਹੇ ਜ਼ਿਆਦਾ ਜ਼ਖਮ ਦੇ ਨਿਸ਼ਾਨ ਸੀ, ਉਹਦੀ ਕੀ ਵਜ੍ਹਾ ਸੀ? ਮੌਜ਼ਮ ਭਾਈ ਬੇਸਿਕਲੀ ਅਦਮ ਬਰਦਾਸ਼ਤ ਦੀ ਵਜ੍ਹਾ ਤੋਂ ਸਾਰਾ ਕੁਝ ਹੋ ਰਿਹਾ ਵਾ। ਹੋ ਸਕਦਾ ਕਿ ਉਹਦੀ ਅਟੈਂਸ਼ਨ ਨਾ ਹੋਵੇ ਉਹਨੂੰ ਮਾਰਨ ਦੀ, ਲੇਕਿਨ ਉਹ ਕਸੂਤੀ ਜਗ੍ਹਾ ਵੱਜ ਗਈ ਤੇ ਉਹਦੇ ਨਾਲ ਉਹਦੀ ਡੈਥ ਹੋ ਗਈ। ਉਹਦੇ ਵਾਸਤੇ ਇਹ ਹੁੰਦਾ ਕਿ ਉਹਦੇ ਵਾਸਤੇ ਫਿਰ ਅਸੀਂ ਇੱਕ ਐਪਲੀਕੇਸ਼ਨ ਮੂਵ ਕੀਤੀ ਜੱਜ ਸਾਹਿਬ ਨੂੰ, ਉਹਦੇ ਵਾਸਤੇ ਇਜਾਜ਼ਤ ਲਈ, ਇਜਾਜ਼ਤ ਲੈ ਕੇ ਬਕਾਇਦਾ ਉਹਦਾ ਪੋਸਟਮਾਰਟਮ ਕਰਵਾਇਆ ਗਿਆ ਕਿ ਜਿਹੜੀਆਂ ਗੱਲਾਂ ਨੇ ਵਾਕਈ ਦੇਖੋ ਕਿਸੇ ਗੱਲ ਨੂੰ ਜਿਹੜਾ ਹੈ ਉਹ ਡਾਕੂਮੈਂਟਰੀ ਤੌਰ ਤੇ ਅਸੀਂ ਲੈ ਕੇ ਆਉਣਾ ਨਾ ਕਿ ਵਾਕਈ ਇਦਾਂ ਹੋਇਆ। ਉਹਦੇ ਵਿੱਚ ਉਹਦੇ ਜਿਹੜੇ ਸੈਂਪਲ ਆ ਉਹ ਲੈ ਲਏ ਨੇ ਤੇ ਉਹ ਇਨਸ਼ਾਅੱਲਾ ਰਿਪੋਰਟ ਵੀ ਜਲਦ ਤੋਂ ਜਲਦ ਆ ਜਾਣੀ ਔਰ ਰਿਪੋਰਟ ਨੂੰ ਨਾਲ ਸਬਮਿਟ ਕਰਕੇ ਜਦੋਂ ਚਲਾਨ ਅਦਾਲਤ 'ਚ ਜਮ੍ਹਾਂ ਕਰਾਵਾਂਗੇ ਤੇ ਮੈਨੂੰ 200% ਯਕੀਨ ਆ ਕਿ ਦੋਨਾਂ ਨੂੰ ਸਜ਼ਾ ਹੋਏਗੀ, ਵਾਲਦ ਨੂੰ ਵੀ ਜੁਰਮ ਛੁਪਾਉਣ ਦੀ
ਤੇ ਜਿਹੜਾ ਉਹਦਾ ਹੈਗਾ ਵਾ ਚਾਚਾ ਉਹਨੂੰ ਕਰ ਗਿਆ। ਬਿਲਕੁਲ, ਬਹੁਤ ਸ਼ੁਕਰੀਆ। ਲੋ ਜਨਾਬ, ਕਤਲ ਜਿਹੜਾ ਨਾ ਕਦੀ ਵੀ ਨਹੀਂ ਛੁਪਦਾ, ਚਾਹੇ ਜੋ ਮਰਜ਼ੀ ਕਰ ਲੋ। ਕਤਲ ਕਰਕੇ ਆਪ ਹੀ ਉਹਦਾ ਜਨਾਜ਼ਾ ਪੜ੍ਹਾ ਦਿੱਤਾ। ਖੈਰ ਪੁਲਿਸ ਨੇ ਪੂਰੀ ਉਹਦੇ ਤੇ ਕਾਰਵਾਈ ਕੀਤੀ ਹੈ। ਹੁਣ ਉਹਨਾਂ ਨੂੰ ਜਿਹੜੀ ਸਜ਼ਾ ਹੋਏਗੀ ਉਹ ਅਸੀਂ ਦੇਖਾਂਗੇ, ਲੇਕਿਨ ਵਾਕਿਆ ਬੜਾ ਹੀ ਅਫਸੋਸਨਾਕ ਸੀ। ਇਮਰਾਨ ਭਾਈ ਮੌਜੂਦ ਨੇ, ਇਹਨਾਂ ਨਾਲ ਅਸੀਂ ਗੱਲਬਾਤ ਕਰਦੇ ਹਾਂ ਕਿੱਥੇ ਤੱਕ ਕੇਸ ਪਹੁੰਚਿਆ ਔਰ ਕਿਸ ਤਰ੍ਹਾਂ ਇੱਕ ਮਾਸੂਮ ਬੱਚੇ ਦਾ ਕਤਲ ਹੋ ਜਾਂਦਾ ਹੈ। ਜੀ ਇਮਰਾਨ ਭਾਈ, ਦੱਸਿਓ ਕਿ ਬੜਾ ਅਫਸੋਸਨਾਕ ਇਹ ਵਾਕਿਆ ਸੀਗਾ ਤੇ ਜਦੋਂ ਤੁਹਾਡੇ ਤੱਕ ਗੱਲ ਪਹੁੰਚਦੀ ਕਿਸ ਤਰ੍ਹਾਂ ਇਹ ਸਾਰਾ ਵਕੂਆ ਹੋ ਜਾਂਦਾ ਹੈ? ਇਹ ਬੇਸਿਕਲੀ ਇਸ ਤਰ੍ਹਾਂ ਹੋਇਆ ਕਿ ਇਹਨਾਂ ਨੇ ਬੱਚੇ ਨੂੰ ਦਫਨ ਕਰ ਦਿੱਤਾ। ਦਫਨ ਕਰਨ ਤੋਂ ਬਾਅਦ ਐਸਐਚਓ ਸਾਹਿਬ ਨੂੰ ਇਤਲਾਹ ਮਿਲੀ ਕਿ 3 ਚੱਕ ਦੇ ਵਿੱਚ ਚਾਚੇ ਨੇ ਤੇ ਬੱਚੇ ਦੇ ਵਾਲਿਦ ਨੇ ਮਿਲ ਕੇ ਬੱਚੇ ਨੂੰ ਮਾਰ ਕੇ ਕਤਲ ਕਰਕੇ ਤੇ ਉਹਨੂੰ ਦਫਨਾ ਦਿੱਤਾ ਔਰ ਪੁਲਿਸ ਨੂੰ ਇਤਲਾਹ ਨਹੀਂ ਦਿੱਤੀ। ਠੀਕ ਹੈ। ਐਸਐਚਓ ਸਾਹਿਬ ਨੇ ਆਪਣੀ ਮਦਈਅਤ 'ਚ ਸਟੇਟ ਮਦਈ ਬਣੀ, ਆਪਣੀ ਮਦਈਅਤ 'ਚ ਪਰਚਾ ਦਿੱਤਾ। ਉਸ ਤੋਂ ਬਾਅਦ ਜਿਹੜਾ ਨਾ ਮੁਲਜ਼ਮਾਂ ਦੀ ਗ੍ਰਿਫਤਾਰੀ ਵਾਸਤੇ ਕੀਤਾ, ਮੁਲਜ਼ਮਾਂ ਨੂੰ ਫੜ ਲਿਆ। ਫੜ ਕੇ ਉਹਨਾਂ ਦੀ ਤਫਤੀਸ਼ ਵਗੈਰਾ ਕੀਤੀ। ਉਹ ਫਿਲਹਾਲ ਜਿਹੜੇ ਜੁਡੀਸ਼ੀਅਲ ਚਾਰਜ ਜਾ ਚੁੱਕੇ ਨੇ। ਬੱਚਾ ਚੂੰਕਿ ਦਫਨ ਕਰ ਚੁੱਕੇ ਸੀ, ਉਹਦਾ ਜਿਹੜਾ ਹਸਬੇ ਜ਼ਾਬਤਾ ਕਾਰਵਾਈ ਕਰਦੇ ਹਾਂ, ਉਹ ਕਬਰਕਸ਼ਾਈ ਦੀ ਜਿਹੜੀ ਕਾਰਵਾਈ ਹੈ ਪੈਂਡਿੰਗ ਹੈ, ਜਿਹਦੇ ਵਾਸਤੇ ਕਾਰਵਾਈ ਅਸੀਂ ਕਰ ਰਹੇ ਹਾਂ। ਉਹ ਇਨਸ਼ਾਅੱਲਾ ਜਲਦ ਉਹਦੀ ਕਬਰਕਸ਼ਾਈ ਹੋ ਜਾਏਗੀ ਔਰ ਉਹਦੀ ਜਿਹੜੀ ਰਿਪੋਰਟ ਆ ਜਾਏਗੀ ਉਸ ਤੋਂ ਵੀ ਕਲੀਅਰ ਹੋ ਜਾਏਗਾ ਕਿ ਮਾਮਲਾ ਕੀ ਹੈ। ਫਿਲਹਾਲ ਜਿਹੜਾ ਨਾ ਅਸੀਂ ਸੁਣਿਆ ਔਰ ਜਿਹਦੇ ਮੁਤਾਬਕ ਅਸੀਂ ਪਰਚਾ ਦਿੱਤਾ, ਉਹ ਇਹ ਹੈ ਕਿ ਬੱਚੇ ਖੇਡ ਰਹੇ ਸੀ ਘਰ ਦੇ ਵਿੱਚ ਔਰ ਬੱਚੇ ਨੂੰ ਵਾਲਿਦ ਨੇ ਝਿੜਕਿਆ ਤੇ ਮੁੜ ਕੇ 2-3 ਬੱਚੇ ਹੋਰ ਵੀ ਉਹਨਾਂ ਦੇ ਆਪਣੇ, ਕਿਉਂਕਿ ਇਕੱਠੇ ਹੀ ਰਹਿ ਰਹੇ ਸੀ। ਬੱਚੇ ਨੂੰ ਜਦੋਂ ਝਿੜਕਿਆ ਤੇ ਬੱਚਾ ਸ਼ਰਾਰਤ ਕਰਕੇ ਬਾਹਰ ਚਲਾ ਗਿਆ। ਚਾਚੇ ਨੇ 2-3 ਬੱਚਿਆਂ ਹੋਰਾਂ ਨੂੰ ਵੀ ਚੰਡਾ ਮਾਰੀਆਂ ਤੇ ਇਸ ਬੱਚੇ ਨੂੰ ਵੀ ਮਾਰਿਆ। ਉਸ ਤੇ ਲਾਗੇ ਉਹਦੇ ਫੂਕਣੀ ਪਈ ਸੀ, ਚਾਚੇ ਨੇ ਫੜ ਕੇ ਉਹਦੇ ਫੂਕਣੀਆਂ ਮਾਰੀਆਂ, ਜਿਹਦੀ ਵਜ੍ਹਾ ਤੋਂ ਬੱਚੇ ਦੀ ਉੱਥੇ ਮੌਕੇ ਤੇ ਹੀ ਡੈਥ ਹੋ ਗਈ। ਅੱਲਾ ਦੇ ਨਬੀ ਨੇ ਫਰਮਾਇਆ ਕਿ ਬੱਚੇ ਜੰਨਤ ਦੇ ਬਾਗਾਂ ਦੇ ਫੁੱਲ ਨੇ। ਜੀ ਜੀ, ਠੀਕ ਹੈ ਜੀ। ਔਰ ਬੱਚੇ ਜਿਹੜੇ ਨਾ ਉਹ ਸ਼ਰਾਰਤਾਂ ਕਰਦੇ ਹੀ ਸੋਹਣੇ ਲੱਗਦੇ ਨੇ। ਬਿਲਕੁਲ। ਔਰ ਬੱਚਿਆਂ ਦੀਆਂ ਸ਼ਰਾਰਤਾਂ ਬਾਜ਼ ਲੋਕ ਜਿਹੜੇ ਨੇ ਉਹ ਤੇ ਬੜੇ ਪਸੰਦ ਕਰਦੇ ਨੇ ਔਰ ਜਿਹੜੇ ਤੰਗ ਦਿਲ ਲੋਕ ਨੇ ਉਹ ਬੱਚਿਆਂ ਦੀ ਸ਼ਰਾਰਤਾਂ ਨਹੀਂ ਵੇਖਦੇ। ਉਹਦੀ ਵਜ੍ਹਾ ਇਹ ਹੈ ਕਿ ਇਹ ਮੈਂ ਸਮਝਦਾ ਕਿ ਇਹ ਜਹਾਲਤ ਹੈ, ਲਾਇਲਮੀ ਹੈ। ਠੀਕ ਹੈ। ਉਹ ਜਦੋਂ ਇੰਟਰਵਿਊ ਕੀਤਾ ਦੋਨੋਂ ਮੁਲਜ਼ਮਾਂ ਦਾ, ਉਹ ਦੋਨੋਂ ਵਿਚਾਰੇ ਪੜ੍ਹੇ ਲਿਖੇ ਨਹੀਂ ਹੈ ਔਰ ਉਹਨਾਂ ਨੂੰ ਉਸ ਲੈਵਲ ਦਾ ਸ਼ੌਰ ਵੀ ਨਹੀਂ ਹੈ। ਔਰ ਪੂਰੀ ਫੈਮਿਲੀ ਜਿਹੜੀ ਨਾ ਉਹਨਾਂ ਦੇ ਵਿੱਚ ਕੋਈ ਵੀ ਬੰਦਾ ਅੱਜ ਤੱਕ ਸਕੂਲ ਨਹੀਂ ਗਿਆ। ਇਹਦੇ 'ਚ ਅਗਰ ਦੇਖਿਆ ਜਾਏ ਤੇ ਪੂਰਾ ਮਾਸ਼ਰਾ ਔਰ ਸਾਡਾ ਸਿਸਟਮ ਵੀ ਮੁਜਰਮ ਹੈ ਕਿ ਉਹ ਲੋਕ ਅੱਜ ਤੱਕ ਸਕੂਲ ਤੱਕ ਗਏ ਨਹੀਂ ਔਰ ਜਿਹੜੇ ਬੱਚੇ ਉਸ ਘਰ 'ਚ ਬਾਕੀ ਰਹਿ ਰਹੇ ਨੇ ਉਹ ਵੀ ਸਕੂਲ ਤੋਂ ਮਹਿਰੂਮ ਨੇ। ਬਿਲਕੁਲ। ਬੱਚਿਆਂ ਦੀ ਤਾਦਾਦ ਤੇ ਮਾਸ਼ਾਅੱਲਾ ਉਸ ਘਰ 'ਚ ਕਾਫੀ ਹੈ, ਲੇਕਿਨ ਕੋਈ ਇੱਕ ਬੱਚਾ ਵੀ ਵੱਡੇ ਜਾਂ ਛੋਟੇ ਸਕੂਲ ਨਹੀਂ ਜਾ ਰਹੇ। ਬੱਚੇ ਦੀ ਕਿੰਨੀ ਉਮਰ ਸੀ ਜਿਹੜਾ ਮਤਲਬ ਕਤਲ ਕੀਤਾ ਸੀ? ਬੱਚਾ 10-11 ਸਾਲ ਦਾ ਬੱਚਾ, ਜ਼ੁਬੈਰ ਨਾਮ ਦਾ, ਔਰ ਕਾਫੀ ਸ਼ਰਾਰਤੀ ਵੀ ਸੀ। ਕਹਿੰਦੇ ਕੁਝ ਬੱਚੇ ਕੁਦਰਤੀ ਸ਼ਰਾਰਤੀ ਹੁੰਦੇ ਨੇ, ਲੇਕਿਨ ਵਾਲਿदैन ਨੂੰ ਤੇ ਬੱਚਿਆਂ ਦੀਆਂ ਸ਼ਰਾਰਤਾਂ ਬੜੀਆਂ ਭਲੀਆਂ ਲੱਗਦੀਆਂ। ਔਰ ਜਿਸ ਚਾਚੇ ਨੇ ਇਹ ਕੰਮ ਕੀਤਾ, ਚਾਚਾ ਮੱਕਵਾਣੇ ਦਾ ਰਹਿਣ ਵਾਲਾ, ਉਹ ਆਪਣੇ ਗਿਆ ਸੀ ਭਰਾ ਨੂੰ ਮਿਲਣ, ਉੱਥੇ ਕਾਫੀ ਦਿਨਾਂ ਤੋਂ ਰਹਿ ਰਿਹਾ ਸੀ। ਚਾਚੇ ਨੂੰ ਇਸ ਚੀਜ਼ ਦਾ ਅਹਿਸਾਸ ਨਹੀਂ ਕਿ ਬੱਚਾ ਕੀ ਚੀਜ਼ ਹੁੰਦੀ ਹੈ। ਉਹਦੀ ਰੀਜ਼ਨ ਇਹ ਹੈ ਕਿ ਚਾਚੇ ਦਾ ਆਪਣਾ ਕੋਈ ਬੱਚਾ ਨਹੀਂ ਹੈ। ਅਗਰ ਚਾਚੇ ਦੇ ਵੀ ਆਪਣੇ ਬੱਚੇ ਹੁੰਦੇ ਤੇ ਉਹਨੂੰ ਅਹਿਸਾਸ ਹੁੰਦਾ ਕਿ ਬੱਚਾ ਕੀ ਚੀਜ਼ ਹੈ, ਔਲਾਦ ਕੀ ਚੀਜ਼ ਹੁੰਦੀ ਆ। ਮੇ ਵੀ ਉਹਨੇ ਜਿਹੜਾ ਨਾ ਇਰਾਦਤਨ ਮਾਰਿਆ ਜਾਂ ਉਹਦੇ ਕੋਲ ਜਾਣ ਕੇ ਬਚ ਗਿਆ, ਇਹ ਤਫਤੀਸ਼ ਤੇ ਮਜ਼ੀਦ ਜਾਰੀ ਹੈ। ਤੇ ਉਸ ਤੋਂ ਬਾਅਦ ਇਨਸ਼ਾਅੱਲਾ ਉਹਦੇ ਆਪਣਾ ਕਰੈਕਟਰ ਦੇ ਮੁਤਾਬਕ ਉਹ ਜਿਹੜੀ ਉਹਨੂੰ ਸਜ਼ਾ ਬਣਦੀ ਹੋਏਗੀ, ਇਨਸ਼ਾਅੱਲਾ ਪੂਰੀ ਸਜ਼ਾ ਉਹਨੂੰ ਦਿਵਾਉਣ ਦੀ ਕੋਸ਼ਿਸ਼ ਕਰਾਂਗੇ ਕਿ ਆਪਣੇ ਕਿਰਦਾਰ ਤੱਕ ਪਹੁੰਚਾਵਾਂਗੇ। ਜੀ ਬਹੁਤ ਸ਼ੁਕਰੀਆ। ਲੋ ਤੁਸੀਂ ਵੇਖਿਆ ਕਿ ਫੈਸਲਾਬਾਦ ਦੇ ਵਿੱਚ ਬੜਾ ਅਫਸੋਸਨਾਕ ਵਾਕਿਆ ਸੀਗਾ। 10 ਤੋਂ 12 ਸਾਲ ਦਾ ਇੱਕ ਬੱਚਾ ਸੀ ਜਿਹੜਾ ਖੇਡਦੇ ਸ਼ਰਾਰਤੇ ਬੱਚੇ ਵਾਕਈ ਬੱਚੇ ਕਰਦੇ ਆ, ਲੇਕਿਨ ਬੱਚੇ ਦੇ ਸਿਰ ਦੇ ਵਿੱਚ ਜਿਹੜੀ ਫੂਕਣੀ ਮਾਰੀ ਸੀ ਉਹ ਇੱਕ ਗਹਿਰਾ ਜ਼ਖਮ ਹੋ ਗਿਆ, ਜਿਹਦੀ ਵਜ੍ਹਾ ਤੋਂ ਬੱਚਾ ਜਾਨ ਬਹਕ ਹੋ ਗਿਆ।